ਆਪ ਸਭ ਜੀ ਨੂੰ ਸਤਿ ਸ਼੍ਰੀ ਅਕਾਲ। ਜਮਾਤ 12ਵੀਂ ਵਿਸ਼ਾ ਪੰਜਾਬੀ ਦੀ ਤੀਸਰੀ ਕਵਿਤਾ ਹੈ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਲਿਖੀ ਹੋਈ ਤਾਜ ਮਹਿਲ। ਤਾਜ ਮਹਿਲ ਕਵਿਤਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਦੋ ਹਿੱਸਿਆਂ ਵਿੱਚ ਦਿਖਾਇਆ ਗਿਆ ਹੈ। ਇੱਕ ਵਿੱਚ ਤਾਜ ਮਹਿਲ ਦੀ ਸੁੰਦਰਤਾ, ਉਸ ਦੇ ਦ੍ਰਿਸ਼, ਉਸ ਦਾ ਸੰਗਮਰਮਰ, ਉਸ ਦੀ ਸੁੰਦਰਤਾ ਦੀ ਰਵਾਇਤੀ, ਤਾਜ ਮਹਿਲ ਦੀ ਰੋਮਾਂਟਿਕਤਾ, ਉਸ ਦਾ ਅਦਭੁਤ ਸੁੰਦਰਪਣ, ਅਦਭੁਤ ਨਮੂਨਾ, ਜਮਨਾ ਕਿਨਾਰੇ ਉਸ ਦਾ ਮਨਮੋਹਨ ਚਿੱਤਰਨ, ਇਹ ਦਿਖਾਇਆ ਗਿਆ ਹੈ। ਜਦ ਕਿ ਦੂਸਰੇ ਹਿੱਸੇ ਵਿੱਚ ਇਹ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਮਜ਼ਦੂਰ ਦਿਹਾੜੀਦਾਰਾਂ ਨੂੰ ਕੁੱਟਿਆ ਜਾਂਦਾ ਸੀ, ਕਿਵੇਂ ਉਹਨਾਂ ਤੋਂ ਕੰਮ ਲਿਆ ਜਾਂਦਾ ਸੀ। ਜੋ ਛੋਟੇ ਬੱਚੇ ਮਾਵਾਂ ਦੀਆਂ ਗੋਦੀਆਂ ਵਿੱਚ ਸਨ, ਜਿਨ੍ਹਾਂ ਨੂੰ ਕਿ ਪੀਣ ਲਈ ਦੁੱਧ ਵੀ ਨਸੀਬ ਨਹੀਂ ਹੁੰਦਾ ਸੀ, ਬਲਕਿ ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਸੀ। ਇਹ ਦੋ ਹਿੱਸਿਆਂ ਵਿੱਚ ਇਸ ਕਵਿਤਾ ਨੂੰ ਦਰਸਾਇਆ ਗਿਆ ਹੈ। ਪਹਿਲਾ ਕਾਵਿ ਟੋਟਾ ਹੈ, ਦੁੱਧ ਚਿੱਟਿਆਂ ਰਗਦਾਰ ਮਰਮਰਾਂ ਦੇ ਗਲ ਘੱਤ ਕੇ ਬਾਹੀਂ, ਸੁਹਲ ਪਤਲੀਆਂ ਚੰਨ ਦੀਆਂ ਰਿਸਮਾਂ ਸੁੱਤੀਆਂ ਬੇਪਰਵਾਹੀ, ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੜੁੰਦੇ, ਘਾਹ ਦੇ ਸੋਲ ਸੁਹਨਿਆਂ ਉੱਤੇ ਸਵਾਦ ਸਵਾਦ ਹੋ ਉਂਗੇ। ਇਸ ਵਿੱਚ ਕਵੀ ਜੀ ਕਹਿੰਦੇ ਹਨ ਕਿ ਤਾਜ ਮਹਿਲ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਦੁੱਧ ਚਿੱਟੀਆਂ ਧਾਰੀਦਾਰ ਸੰਗਮਰਾਂ ਦੀਆਂ ਸੀਲਾਂ ਦੇ ਗਲ ਬਾਹਾਂ ਪਾ ਕੇ ਚੰਨ ਦੀਆਂ ਸੋਹਲ ਅਤੇ ਪਤਲੀਆਂ ਰਿਸਮਾਂ ਬੇਪਰਵਾਹ ਹੋ ਕੇ ਸੁੱਤੀਆਂ ਪਈਆਂ ਹਨ। ਆਲੇ ਦੁਆਲੇ ਬਿਰਛਾਂ ਅਤੇ ਬੂਟਿਆਂ ਦੇ ਪਰਛਾਵੇਂ ਇਸ ਪ੍ਰਕਾਰ ਦੇ ਨਸ਼ਿਆਂ ਵਿੱਚ ਮਸਤ ਸਨ ਅਤੇ ਘਾਹ ਦੇ ਸੋਹਲੇ ਸੀਨਿਆਂ ਉੱਪਰ ਸਵਾਦ ਸਵਾਦ ਹੋ ਕੇ ਉਂਘ ਰਹੇ ਸਨ। ਚਾਨਣੀ ਰਾਤ ਖਿੜੀ ਹੋਈ ਹੈ, ਚੰਨ ਚਾਨਣੀ ਦੀ ਰਿਸਮਾਂ ਤਾਜ ਮਹਿਲ ਉੱਤੇ ਪੈ ਰਹੀਆਂ ਹਨ ਅਤੇ ਬਿਰਛ ਬੂਟੇ ਦੇ ਪਰਛਾਵੇਂ ਸੋਲ ਘਾਹ ਉੱਤੇ ਲੇਟੇ ਹੋਏ ਦਿਖਾਈ ਦੇ ਰਹੇ ਹਨ। ਇਸ ਤਰ੍ਹਾਂ ਯਾਨੀ ਕਿ ਵਾਤਾਵਰਨ ਨੂੰ ਰੋਮਾਂਟਿਕ ਤਰੀਕੇ ਨਾਲ ਦਿਖਾਇਆ ਗਿਆ ਹੈ। ਅਗਲਾ ਕਾਵਿ ਟੋਟਾ ਹੈ, ਲੱਗ ਟਾਹਣਾ ਗਲ ਵੇਲਾਂ ਸੁੱਤੀਆਂ, ਲੱਗ ਵੇਲਾਂ ਗਲ ਕਲੀਆਂ, ਲੱਗ ਕਲੀਆਂ ਗਲ ਗੰਧਾਂ ਸੁੱਤੀਆਂ, ਨੀਂਦ ਬਲੇਵੇ ਵਲੀਆਂ, ਸਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਅਤੇ ਸਾਵੇਂ, ਨੀਂਦ ਗੁਪਤੀ ਜਲ ਧਾਰਾ ਨੂੰ ਬੰਨੀ ਵਿੱਚ ਕਲਾਵੇ। ਇਸ ਵਿੱਚ ਕਵੀ ਜੀ ਕਹਿ ਰਹੇ ਹਨ ਕਿ ਤਾਜ ਮਹਿਲ ਦਾ ਰੋਸ਼ਨੀ ਦੇ ਵਿੱਚ ਬਹੁਤ ਅੱਛਾ ਕੁਰਬਾਨੀ ਦ੍ਰਿਸ਼ ਦਾ ਆਨੰਦ ਮਾਣ ਰਿਹਾ ਹੈ। ਉੱਥੇ ਪੌਦਿਆਂ ਦੀਆਂ ਟਾਹਣੀਆਂ ਦੇ ਗਲ ਲੱਗ ਕੇ ਵੇਲਾਂ ਸੁੱਤੀਆਂ ਪਈਆਂ ਅਤੇ ਵੇਲਾਂ ਦੇ ਗਲ ਕਲੀਆਂ ਲੱਗੀਆਂ ਹੋਈਆਂ ਹਨ। ਨੀਂਦ ਦੇ ਬਲੇਵਿਆਂ ਵਿੱਚ ਵਲੀਆਂ ਹੋਈਆਂ ਖੁਸ਼ਬੂਆਂ ਕਲੀਆਂ ਦੇ ਗਲ ਲੱਗ ਕੇ ਸੁੱਤੀਆਂ ਹੋਈਆਂ ਸਨ। ਜਮਨਾ ਦੇ ਹਰੇ ਭਰੇ ਅਤੇ ਬਹੁਤ ਹੀ ਸਾਵੇਂ ਕੰਢੇ ਸ਼ਾਂਤੀ ਵਿੱਚ ਸੁੱਤੇ ਹੋਏ ਸਨ। ਉਹਨਾਂ ਨੂੰ ਨਿੰਦਰ ਵਿੱਚ ਗੁਆਚੀ ਪਾਣੀ ਦੀ ਧਾਰਾ ਨੂੰ ਆਪਣੇ ਕਲਾਵੇਂ ਵਿੱਚ ਬੰਨ੍ਹਿਆ ਹੋਇਆ ਸੀ। ਟਾਹਣਾ ਵੇਲਾਂ ਦੇ ਗਲ ਲੱਗ ਕੇ, ਵੇਲਾਂ ਟਾਹਣਾ ਦੇ ਗਲ ਲੱਗ ਕੇ ਸੁੱਤੀਆਂ ਹੋਈਆਂ ਸਨ, ਕਲੀਆਂ ਦੇ ਗਲ ਨਾਲ ਲੱਗ ਕੇ। ਜਮਨਾ ਦੇ ਹਰੇ ਭਰੇ ਕੰਢੇ ਨੇ ਜਲ ਧਾਰਾ ਨੂੰ ਕਲਾਵੇਂ ਵਿੱਚ ਲਿਆ ਹੋਇਆ ਸੀ। ਬਹੁਤ ਹੀ ਅੱਛੇ ਇੱਕ ਦ੍ਰਿਸ਼ ਦਾ ਵਰਣਨ ਇੱਥੇ ਦਿਖਾਇਆ ਗਿਆ ਹੈ। ਅਗਲਾ ਕਾਵਿ ਟੋਟਾ ਹੈ, ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਜਾਨੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ। ਇੱਧਰ ਦੂਰ ਸਾਗਰਾਂ ਵੰਨੀ ਨੱਸਣ ਜਦੋਂ ਉਹ ਲੱਗੀ, ਨੀਂਦ ਟੁਣਿਆਂ ਦੇ ਜੰਤਰ ਵਿੱਚ ਟੋਰ ਉਸਦੀ ਬੱਜੀ। ਇਸ ਵਿੱਚ ਕਵੀ ਜੀ ਕਹਿੰਦੇ ਹਨ ਕਿ ਉਹ ਦੇਖ ਰਿਹਾ ਸੀ ਕਿ ਜਮਨਾ ਦੇ ਸੁੱਤੇ ਪਾਣੀਆਂ ਵਿੱਚ ਤਾਜ ਮਹਿਲ ਦਾ ਪਰਛਾਵਾਂ ਸੁੱਤਾ ਹੋਇਆ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਮਨਾ ਨੇ ਤਾਜ ਮਹਿਲ ਨੂੰ ਉਤਾਲਣ ਲਈ ਆਪਣੇ ਬੁੱਕਲ ਵਿੱਚ ਲੁਕਾਇਆ ਹੋਇਆ ਹੈ। ਪਰੰਤੂ ਜਦੋਂ ਜਮਨਾ ਤਾਜ ਮਹਿਲ ਨੂੰ ਘਾਲ ਕੇ ਸਾਗਰ ਵੱਲ ਨੱਸਣ ਲੱਗੀ ਤਾਂ ਉਸ ਦੀ ਚਾਲ ਨੀਂਦ ਟੂਣਿਆਂ ਦੇ ਜੰਤਰ ਵਿੱਚ ਵੱਜ ਗਈ। ਜਮਨਾ ਦੇ ਤਾਜ ਮਹਿਲ ਨੂੰ ਹਰਨ ਲਈ ਉਸ ਨੂੰ ਬੁੱਕਲ ਵਿੱਚ ਲੁਕਾਇਆ ਹੈ। ਜਮਨਾ ਦਾ ਇੱਕ ਦ੍ਰਿਸ਼ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਸ ਦਾ ਪਰਛਾਵਾਂ ਤਾਜ ਮਹਿਲ ਦਾ ਜਮਨਾ ਵਿੱਚ ਵੀ ਦਿਖਾਈ ਦਿੰਦਾ ਹੈ। ਅੱਗੇ ਕਵੀ ਜੀ ਕਹਿ ਰਹੇ ਹਨ, ਸੁੱਤੇ ਇਸ ਚੁਗਿਰਦੇ ਅੰਦਰ ਮੈਂ ਕੱਲਾ ਇੱਕ ਜਾਗਾ, ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪ ਚੁੱਪ ਵਾਂਗ ਚਿਰਾਗਾ, ਗੁੰਬਦ ਦੀਆਂ ਉਭਾਰਾਂ ਉੱਤੇ ਮਸਤਾਈਆਂ ਅਲਸਾਈਆਂ ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ, ਸਹਿਜ ਸਵਾਦ ਤਰਿਹਾਈਆਂ, ਤੱਕ ਤੱਕ ਕਸਬ ਹੁਨਰ ਮੁਗਲਾਂ ਦਾ ਹੈਰਤ ਵੱਧਦੀ ਜਾਵੇ, ਸ਼ਾਹ ਹੁਸੈਨ ਦੇ ਸਹਿਜ ਸਵਾਦ ਨੂੰ ਲੂਲੂ ਪਿਆ ਸਲਾਵੇ। ਇਸ ਵਿੱਚ ਕਵੀ ਜੀ ਕਹਿ ਰਹੇ ਹਨ ਕਿ
ਕਿ ਨੀਂਦ ਵਿੱਚ ਮਸਤ ਜਾਪ ਰਹੇ ਚੌਗਿਰਦੇ ਵਿੱਚ ਇਕੱਲਾ ਕਵੀ ਹੀ ਜਾਗ ਰਿਹਾ ਹੈ। ਇਸ ਤਰ੍ਹਾਂ ਦਾ ਇੱਕ ਦ੍ਰਿਸ਼ ਹੈ ਕਿ ਸਭ ਸੁੱਤੇ ਹੋਏ ਹਨ, ਕਵੀ ਇਕੱਲਾ ਚਾਰੇ ਤਰਫ ਚੌਗਿਰਦੇ ਵਿੱਚ ਇਕੱਲਾ ਹੀ ਜਾਗ ਰਿਹਾ ਹੈ ਅਤੇ ਉਸਦੀਆਂ ਦੋਵੇਂ ਅੱਖਾਂ ਚੁੱਪਚਾਪ ਚਿਰਾਗਾਂ ਵਾਂਗ ਜਗ ਰਹੀਆਂ ਹਨ। ਗੁੰਬਦ ਦੇ ਉਭਾਰਾਂ ਉੱਪਰ ਮਸਤ ਹੋਈਆਂ ਕਵੀ ਦੀਆਂ ਨਜ਼ਰਾਂ ਫਿਰ ਰਹੀਆਂ ਹਨ। ਉਹ ਸਹਿਜ ਸੁਭਾਅ ਦੀ ਪਿਆਸ ਨੂੰ ਮਿਟਾ ਰਹੀਆਂ ਹਨ। ਮੁਗਲਾਂ ਦਾ ਕੰਮ ਅਤੇ ਹੁਨਰ ਦੇਖ ਕੇ ਉਸ ਨੂੰ ਹੈਰਾਨੀ ਵੱਧਦੀ ਜਾ ਰਹੀ ਹੈ, ਕਿਉਂਕਿ ਮੁਗਲਾਂ ਨੇ ਕਾਫੀ ਇਤਿਹਾਸਿਕ ਇਮਾਰਤਾਂ ਬਣਵਾਈਆਂ, ਜਿਸ ਵਿੱਚ ਇੱਕ ਤਾਜ ਮਹਿਲ ਵੀ ਸੀ ਜੋ ਕਿ ਸ਼ਾਹਜਹਾਂ ਦੁਆਰਾ ਬਣਵਾਇਆ ਗਿਆ ਸੀ। ਇਸ ਲਈ ਉਸ ਦਾ ਲੋਲੂ ਸ਼ਾਹਜਹਾਂ ਦੇ ਸਹਿਜ ਸੁਭਾਅ ਨੂੰ ਸਲਾਹ ਰਿਹਾ ਹੈ, ਉਸ ਦੀ ਪ੍ਰਸ਼ੰਸਾ ਕਰ ਰਿਹਾ ਕਿ ਦੇਖੋ ਕਿੰਨੀ ਅੱਛੀ ਕਾਰਾਗਰੀ ਮੁਗਲਾਂ ਨੇ ਕਰਵਾਈ ਹੈ, ਉਹਨਾਂ ਦੇ ਹੁਨਰ ਨੂੰ ਦੇਖ ਰਿਹਾ ਹੈ। ਕਿਉਂਕਿ ਮੁਗਲ ਬਾਦਸ਼ਾਹਾਂ ਨੂੰ, ਜਿਸ ਵਿੱਚ ਸ਼ਾਹਜਹਾਂ ਵੀ ਸੀ, ਇਹਨਾਂ ਨੂੰ ਇਹ ਕਲਾ ਪ੍ਰੇਮੀ ਸੀ, ਕਲਾ ਨਾਲ ਇਹਨਾਂ ਨੂੰ ਪਿਆਰ ਸੀ। ਅੱਗੇ ਕਵੀ ਜੀ ਕਹਿ ਰਹੇ ਹਨ ਕਿ ਜਦੋਂ ਕਵੀ ਜੀ ਚੌਗਿਰਦਾ ਦੇਖ ਰਹੇ ਹਨ, ਚਾਰੇ ਤਰਫ ਦੇਖ ਰਹੇ ਹਨ, ਉਸ ਦੀ ਸੁੰਦਰਤਾ ਨੂੰ ਦੇਖ ਰਹੇ ਹਨ, ਰੋਸ਼ਨੀ ਜੋ ਉਹਦੇ ਉੱਪਰ ਪੈ ਰਹੀ ਹੈ, ਇੱਕ ਰੋਮਾਨੀ ਦ੍ਰਿਸ਼ ਹੈ ਉਹ ਦਿਖ ਰਿਹਾ ਹੈ। ਜਮਨਾ ਵੱਲ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਜਮਨਾ ਵਿੱਚ ਉਸ ਦਾ ਪਰਛਾਵਾਂ ਦਿਖ ਰਿਹਾ ਹੈ। ਇਹ ਸਾਰੀ ਪ੍ਰਸ਼ੰਸਾਵਾਂ ਕਰ ਰਹੇ ਹਨ। ਹੁਣ ਇਸ ਦਾ ਦੂਜਾ ਹਿੱਸਾ ਸ਼ੁਰੂ ਹੁੰਦਾ ਜਦੋਂ ਕਵੀ ਸਭ ਕੁਝ ਦੇਖ ਰਿਹਾ ਹੈ ਅਤੇ ਉਸ ਦੇ ਦਿਮਾਗ ਵਿੱਚ ਇੱਕ ਨਵੀਂ ਗੱਲ ਆਉਂਦੀ ਹੈ, ਇੱਕ ਨਵੀਂ ਸੋਚ ਪੈਦਾ ਹੁੰਦੀ ਹੈ। ਉਹ ਕੀ ਹੈ? ਐਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ, ਚੀਕਾਂ ਕੁੱਕਾਂ ਅਤੇ ਫਰਿਆਦਾਂ ਜਾਂ ਅੰਬਰ ਨੂੰ ਛੋਇਆ। ਹੜ ਮਜ਼ਦੂਰਨੀਆਂ ਦਾ ਵਗਿਆ, ਵਿੱਚ ਮਜ਼ਦੂਰ ਹਜ਼ਾਰਾਂ, ਚੁੱਕੀ ਕਹੀਆਂ ਦੁਰਮਠ ਤੇਸੇ, ਬੱਜੇ ਵਿੱਚ ਵਗਾਰਾਂ। ਕਵੀ ਜੀ ਕਹਿ ਰਹੇ ਹਨ ਕਿ ਉਸ ਦੀ ਅਜੇ ਉਹ ਸੋਚ ਹੀ ਰਿਹਾ ਸੀ ਬਹੁਤ ਅੱਛੀ ਸੁੰਦਰਤਾ ਬਾਰੇ। ਇੰਨੇ ਵਿੱਚ ਕੀ ਹੁੰਦਾ ਹੈ ਕਿ ਉਸ ਦੀ ਕਲਪਨਾ ਵਿੱਚ ਉਸ ਦੀਆਂ ਅੱਖਾਂ ਸਾਹਮਣੇ ਗੁੰਬਦ ਦਾ ਜੋ ਆਂਡਾ ਹੈ ਉਹ ਟੁੱਟੇ ਟੁੱਟੇ ਹੋ ਜਾਂਦਾ ਹੈ ਅਤੇ ਉਸ ਵਿੱਚ ਨਿਕਲੀਆਂ ਚੀਕਾਂ ਕੁੱਕਾਂ ਅਤੇ ਫਰਿਆਦਾਂ ਆਸਮਾਨ ਨੂੰ ਛੋਹ ਰਹੀਆਂ ਸਨ। ਇਸ ਵਿੱਚ ਕੁੱਕਾਂ ਮਜ਼ਦੂਰਾਂ ਅਤੇ ਮਜ਼ਦੂਰਨੀਆਂ ਦੀਆਂ ਸਨ, ਜਿਨ੍ਹਾਂ ਨੇ ਤਾਜ ਮਹਿਲ ਨੂੰ ਉਸਾਰਨ ਵਿੱਚ ਆਪਣਾ ਹਿੱਸਾ ਪਾਇਆ ਸੀ। ਕਵੀ ਦੀ ਕਲਪਨਾ ਵਿੱਚ ਗੁੰਬਦ ਦੇ ਟੋਟੇ ਆਂਡੇ ਵਿੱਚੋਂ ਮਜ਼ਦੂਰ ਅਤੇ ਮਜ਼ਦੂਰਨੀਆਂ ਦਾ ਹੜ ਵਗ ਤੁਰਿਆ। ਉਹਨਾਂ ਨੇ ਕਈਆਂ ਦੁਰਮਠ ਤੇਸੇ ਬੱਠਲ ਚੁੱਕੇ ਹੋਏ ਸਨ। ਅਰਥਾਤ ਜੋ ਹੁਣ ਦੂਸਰਾ ਦ੍ਰਿਸ਼ ਦਿਖਿਆ ਹੈ ਕਿ ਜੋ ਮਜ਼ਦੂਰ ਨੇ ਉਹ ਕਿਸ ਤਰ੍ਹਾਂ ਮਿਹਨਤ ਕਰ ਰਹੇ ਸੀ, ਕਿਸ ਤਰ੍ਹਾਂ ਉਹਨਾਂ ਨੇ ਦੁਰਮਠ ਚਲਾਇਆ, ਮਜ਼ਦੂਰਨੀਆਂ ਨੇ ਕਿਸ ਤਰ੍ਹਾਂ ਕੰਮ ਕਰੇ, ਕਿਵੇਂ ਉਹ ਕਹੀਆਂ ਚਲਾਈਆਂ। ਯਾਨੀ ਕਿ ਜੋ ਬੜਾ ਚੰਗਾ ਦ੍ਰਿਸ਼ ਉਹਨਾਂ ਦੀ ਅੱਖਾਂ ਸਾਹਮਣੇ ਚੱਲ ਰਿਹਾ ਸੀ, ਹੁਣ ਉਹ ਉਸ ਦਾ ਜੋ ਗੁੰਬਦ ਸੀ ਉਹ ਚੂਰ ਚੂਰ ਹੋ ਚੁੱਕਿਆ ਸੀ। ਅੱਗੇ ਕਵੀ ਜੀ ਕਹਿ ਰਹੇ ਹਨ ਕਿ ਦੁੱਧਿਆਂ ਨਾਲ ਪਲਮਦੇ ਬੱਚੇ, ਕੰਮੀ ਰੁੱਝੀਆਂ ਮਾਵਾਂ, ਅੱਖਾਂ ਦੇ ਵਿੱਚ ਛਲਕਣ ਅਥਰੂ, ਹਿੱਕਾਂ ਦੇ ਵਿੱਚ ਆਹਾਂ, ਬੋਕਿਆਂ ਵਰਗੇ ਪੇਟ ਉਹਨਾਂ ਦੇ, ਤੁੱਕਿਆਂ ਵਰਗੇ ਗਾਟੇ, ਛਾਲੇ ਛਾਲੇ ਹੱਥ ਉਹਨਾਂ ਦੇ, ਪੈਰ ਵਿਆਹਿਆਂ ਪਾਟੇ। ਬੋਕਾ ਯਾਨੀ ਕਿ ਇੱਕ ਨਾ ਚਮੜੇ ਦਾ ਡੋਲ ਹੈ ਜੋ ਖੂਹ ਵਿੱਚੋਂ ਪਾਣੀ ਕੱਢਣ ਲਈ ਵਰਤਿਆ ਜਾਂਦਾ ਸੀ, ਲੇਕਿਨ ਇੱਥੇ ਇੱਕ ਗਰੀਬ ਦੇ ਪੇਟ ਲਈ ਕੀਤਾ ਗਿਆ ਹੈ ਜੋ ਕਿ ਚਿੱਬ ਖੜੱਬਾ ਹੁੰਦਾ ਹੈ। ਯਾਨੀ ਕਿ ਪੇਟ ਭੁੱਖ ਨਾਲ ਬਿਲਕੁਲ ਅੰਦਰ ਵੜ ਚੁੱਕਿਆ ਹੈ, ਚਿੱਬ ਖੜੱਬਾ ਹੋ ਚੁੱਕਿਆ ਹੈ, ਕਿਉਂਕਿ ਉਹਨਾਂ ਨੂੰ ਖਾਣ ਲਈ ਕੁਝ ਨਹੀਂ ਮਿਲਦਾ ਸੀ। ਇਸ ਵਿੱਚ ਕਵੀ ਜੀ ਕਹਿ ਰਹੇ ਹਨ ਕਿ ਮਜ਼ਦੂਰਾਂ ਅਤੇ ਮਜ਼ਦੂਰਨੀਆਂ ਦੀ ਦਰਦਨਾਕ ਜੋ ਝਾਕੀ ਉਸਨੇ ਇਸ ਵਿੱਚ ਦੇਖੀ, ਉਹ ਦੇਖ ਰਿਹਾ ਹੈ ਕਿ ਕੰਮਾਂ ਵਿੱਚ ਰੁੱਝੀਆਂ ਹੋਈਆਂ ਸਨ ਜੋ ਮਾਵਾਂ ਸਨ। ਅੱਛਾ, ਉਹਨਾਂ ਦੀਆਂ ਦੁੱਧਾਂ ਨਾਲ ਪਲ ਰਹੇ ਬੱਚੇ ਵੀ ਚਿੰਬੜੇ ਹੋਏ ਸਨ, ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਛਲਕ ਰਹੇ ਸਨ, ਹਿੱਕਾਂ ਵਿੱਚੋਂ ਹੋਂਕੇ ਨਿਕਲ ਰਹੇ ਸਨ। ਮਜ਼ਦੂਰ ਅਤੇ ਮਜ਼ਦੂਰਨੀਆਂ ਦੇ ਪੇਟ ਖਾਲੀ ਬੋਕੇ ਵਰਗੇ ਹੋ ਗਏ ਸਨ ਅਤੇ ਉਹਨਾਂ ਦੇ ਗਾਟੇ ਤੁੱਕਿਆਂ ਵਰਗੇ ਸਨ। ਉਹਨਾਂ ਦੇ ਹੱਥ ਛਾਲੇ ਨਾਲ ਭਰੇ ਹੋਏ ਸਨ ਅਤੇ ਪੈਰ ਵਿਆਹੀਆਂ ਨਾਲ ਪਾਟੇ ਹੋਏ ਸਨ, ਲੇਕਿਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਮੁਗਲ ਬਾਦਸ਼ਾਹ ਉਹਨਾਂ ਨੂੰ ਨਹੀਂ ਦੇਖ ਰਿਹਾ ਸੀ, ਬਲਕਿ ਉਸ ਦਾ ਤਾਜ ਮਹਿਲ ਬਣਵਾਉਣ ਲਈ ਉੱਧਰ ਸਾਰਾ ਧਿਆਨ ਸੀ, ਕਿਉਂਕਿ ਉਹਨਾਂ ਤੋਂ ਜਬਰਨ ਵਗਾਰ ਕਰਵਾਈ ਜਾ ਰਹੀ ਸੀ। ਵਗਾਰ ਮਤਲਬ ਹੈ ਬਿਨਾਂ ਪੈਸੇ ਦਿੱਤੇ ਕਿਸੇ ਤੋਂ ਕੰਮ ਕਰਵਾਉਣਾ। ਅੱਗੇ ਕਵੀ ਜੀ ਕਹਿ ਰਹੇ ਹਨ ਕਿ ਫਿਰ ਵੀ ਕੰਮ ਕਰਾਉਣ ਵਾਲੇ ਮਾਰ ਮਾਰ ਕੇ ਛਟਾਂ, ਮਾਰ ਮਾਰ ਕੇ ਫਟਾਂ, ਮਾਸੂਮਾਂ ਦੇ ਪਿੰਡਿਆਂ ਉੱਤੇ ਚਾੜ੍ਹੀ ਜਾਣ ਸਲਾਟਾਂ। ਇੱਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ, ਨਾਲ ਪੀੜ ਦੇ ਕਲਵਲ ਹੋ ਕੇ ਰੂਹ ਮੇਰੀ ਕੁਰਲਾਈ। ਫਾਟਾਂ ਯਾਨੀ ਕਿ ਛਾਟੇ ਜੋ ਮਾਰੇ ਜਾਂਦੇ ਨੇ, ਸਲਾਟਾਂ ਯਾਨੀ ਕਿ ਲਾਸ਼ਾਂ, ਕਲਵਲ ਵਿਆਕੁਲ ਹੋ ਕੇ, ਵਿਆਕੁਲ ਤੁਹਾਨੂੰ ਕਿਹਾ ਗਿਆ ਹੈ। ਇਸ ਵਿੱਚ ਕਵੀ ਜੀ ਕਹਿੰਦੇ ਹਨ ਕਿ
ਮਜ਼ਦੂਰ ਤੇ ਮਜ਼ਦੂਰਨੀਆਂ ਦੀ ਹਾਲਤ ਵਗਾਰ ਤੇ ਭੁੱਖ ਕਾਰਨ ਬੜੀ ਦਰਦਨਾਕ ਸੀ, ਪਰੰਤੂ ਕੰਮ ਕਰਨ ਵਾਲੇ ਉਹਨਾਂ ਉੱਪਰ ਕੋਈ ਰਤਾ ਤਰਸ ਨਹੀਂ ਕਰ ਰਹੇ ਸਨ, ਬਲਕਿ ਭੁੱਖਿਆਂ ਉੱਪਰ ਵੀ ਉਹਨਾਂ ਦੇ ਪਿੰਡਿਆਂ ਉੱਪਰ ਲਾਸ਼ਾਂ ਪਾਈਆਂ ਜਾ ਰਹੀਆਂ ਸਨ। ਉਹਨਾਂ ਨੂੰ ਕੁੱਟਿਆ ਜਾਂਦਾ ਸੀ ਉਸ ਤੋਂ ਬਾਵਜੂਦ ਵੀ, ਜਦ ਕਿ ਖਾਣ ਨੂੰ ਕੁਛ ਨਹੀਂ ਸੀ, ਕੰਮ ਬਹੁਤ ਜ਼ਿਆਦਾ ਕਰਵਾਇਆ ਜਾਂਦਾ ਸੀਗਾ। ਮਜ਼ਦੂਰਾਂ ਦੀ ਇਸ ਦੁੱਖ ਭਰੀ ਝਾਕੀ ਨੂੰ ਦੇਖ ਕੇ ਉਸ ਦੀ ਆਤਮਾ ਕੁਰਲਾ ਉੱਠੀ। ਤਾਜ ਮਹਿਲ ਦੀ ਉਸਾਰੀ ਦਾ ਕੰਮ ਹੋ ਰਿਹਾ ਹੈ। ਕੰਮ ਕਰਵਾਉਣ ਵਾਲੇ ਭੁੱਖ ਤੇ ਸਰੀਰਕ ਸੱਟਾਂ ਨਾਲ ਭਰੇ ਵਾਲੇ ਬੰਧਕ ਮਜ਼ਦੂਰਾਂ ਨੇ ਨਿੱਕੇ ਨਿੱਕੇ ਬੱਚਿਆਂ ਦੀ ਮਾਵਾਂ ਉੱਤੇ ਵੀ ਰਤਾ ਤਰਸ ਨਹੀਂ ਖਾਇਆ ਅਤੇ ਉਹਨਾਂ ਨੂੰ ਵੀ ਛਾਂਟੇ ਮਾਰ ਮਾਰ ਕੇ ਉਹਨਾਂ ਦੇ ਸਰੀਰਾਂ ਉੱਤੇ ਵੀ ਲਾਸ਼ਾਂ ਪਾਈ ਜਾ ਰਹੇ ਸਨ। ਬੜਾ ਹੀ ਦੁੱਖ ਦਰਦ ਭਰੀ ਤਰਸਯੋਗ ਇੱਕ ਦ੍ਰਿਸ਼ ਹੈ ਇਸ ਵਿੱਚ। ਕਵੀ ਨੇ ਜਦੋਂ ਤਾਜ ਮਹਿਲ ਦੀ ਉਸਾਰੀ ਕਰ ਰਹੇ ਮਜ਼ਦੂਰਾਂ ਨੂੰ ਬੰਧਕ ਮਜ਼ਦੂਰਾਂ ਦੇ ਰੂਪ ਵਿੱਚ ਛਾਂਟੇ ਮਾਰਦੇ ਦੇਖਿਆ ਤਾਂ ਉਸ ਦੀ ਆਤਮਾ ਵੀ, ਉਸ ਦੀ ਰੂਹ ਵੀ ਕੁਰਲਾ ਪਈ। ਅੱਗੇ ਕਵੀ ਜੀ ਕਹਿ ਰਹੇ ਹਨ ਕਿ ਉਹ ਹੁਸਨ ਹੈ ਸੱਚਮੁੱਚ ਜਾਂ ਉਂਝੇ ਹੀ ਛਲਦਾ ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ 'ਤੇ ਜੋ ਪਲਦਾ। ਇਸ ਵਿੱਚ ਕਵੀ ਜੀ ਕਹਿ ਰਹੇ ਕਿ ਤਾਜ ਮਹਿਲ ਦੀ ਉਸਾਰੀ ਕਰਨ ਵਾਲੇ ਮਜ਼ਦੂਰਨੀ ਉੱਪਰ ਬਹੁਤ ਜ਼ਿਆਦਾ ਜ਼ੁਲਮ ਕੀਤੇ ਗਏ। ਪੀੜ ਨਾਲ ਤੜਫ ਕੇ ਉਸ ਦੀ ਰੂਹ ਕੁਰਲਾ ਪੁਕਾਰ ਰਹੀ ਸੀ ਕਿ ਉਹ ਹੁਸਨ ਸੱਚਮੁੱਚ ਹੁਸਨ ਹੈ ਜੋ ਧੋਖਾ ਦੇ ਕੇ ਬਣਾਇਆ ਗਿਆ ਹੋਵੇ, ਗਰੀਬ ਮਜ਼ਦੂਰਾਂ ਦੇ ਹੰਝੂਆਂ 'ਤੇ ਪਲਦਾ ਹੋਵੇ, ਅਰਥਾਤ ਉਹਨਾਂ ਨੂੰ ਉਹਨਾਂ ਦੇ ਕੰਮ ਦਾ ਪੈਸਾ ਵੀ ਨਾ ਮਿਲਿਆ ਹੋਵੇ। ਕਿ ਉਹ ਹੁਸਨ ਅਖਵਾ ਸਕਦਾ ਹੈ, ਕਿਉਂਕਿ ਜਬਰ ਅਤੇ ਭੁੱਖ ਦਾ ਸ਼ਿਕਾਰ ਹੋਏ ਬੰਧਕ ਮਜ਼ਦੂਰਾਂ ਦੇ ਦੁੱਖ ਉਸ ਵਿੱਚ ਸਾਫ਼ ਝਲਕ ਰਹੇ ਸਨ। ਨਾ ਉਹਨਾਂ ਨੂੰ ਪੈਸਾ ਦਿੱਤਾ ਜਾਂਦਾ ਸੀ, ਬੇਗਾਰ ਨਾਲ ਕੰਮ ਕਰਵਾਇਆ ਜਾਂਦਾ ਸੀ। ਮਾਂ ਜੋ ਸੀ ਜੋ ਬੱਚਿਆਂ ਨੂੰ ਦੁੱਧ ਵੀ ਨਹੀਂ ਪਿਲਾ ਰਹੀਆਂ ਸਨ, ਕਿਉਂਕਿ ਉਹ ਖੁਦ ਖਾਲੀ ਪੇਟ ਸੀ। ਪੇਟ ਜੋ ਸੀ ਉਹਨਾਂ ਦੇ ਬੋਟਿਆਂ ਵਰਗੇ ਹੋ ਚੁੱਕੇ ਸਨ, ਬੋਕਿਆਂ ਵਰਗੇ ਹੋ ਚੁੱਕੇ ਸਨ। ਕੁਛ ਇਹਦੇ ਪ੍ਰਸ਼ਨ ਅਸੀਂ ਕਰ ਰਹੇ ਹਾਂ। ਤਾਜ ਮਹਿਲ ਕਵਿਤਾ ਦੇ ਵਿੱਚ ਵਿਚਾਰ ਹਨ ਕਿ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇੱਕ ਵਿੱਚ ਤਾਜ ਮਹਿਲ ਦੀ ਸੁੰਦਰਤਾ ਜੋ ਕਿ ਬੜੀ ਅੱਛੀ ਅਨੁਭਵ ਹੋ ਰਹੀ ਹੈ। ਜਿੱਦਾਂ ਅਸੀਂ ਵੀ ਅਗਰ ਤਾਜ ਮਹਿਲ ਨੂੰ ਦੇਖੀਏ ਤਾਂ ਅਸੀਂ ਉਸ ਦੀ ਸੁੰਦਰਤਾ ਨੂੰ ਦੇਖ ਕੇ ਵਾਕਿਆ ਹੀ ਵਿਆਕੁਲ ਹੁੰਦੇ ਹਾਂ, ਬਹੁਤ ਅੱਛਾ ਲੱਗਦਾ ਹੈ, ਬੜਾ ਮਨਮੋਹਕ ਦ੍ਰਿਸ਼ ਹੈ। ਪਰ ਜਦੋਂ ਉਸ ਦੀ ਅੰਤਰ ਵਾਲੀ ਦੂਸਰੇ ਹਿੱਸੇ ਨੂੰ ਅਸੀਂ ਦੇਖਦੇ ਹਾਂ ਤਾਂ ਕਿ ਮਜ਼ਦੂਰਾਂ ਤੋਂ ਕਿਸ ਤਰ੍ਹਾਂ ਕੰਮ ਕਰਵਾਇਆ ਗਿਆ, ਕਿਸ ਤਰ੍ਹਾਂ ਉਹਨਾਂ ਨੂੰ ਖਾਣ ਲਈ ਕੁਛ ਨਹੀਂ ਦਿੱਤਾ ਜਾਂਦਾ ਸੀ, ਉਹਨਾਂ ਉੱਪਰ ਜਬਰ ਜ਼ੁਲਮ ਕੀਤਾ ਜਾਂਦਾ ਸੀ, ਤਾਂ ਜੋ ਦੀ ਤਾਜ ਮਹਿਲ ਦੀ ਸੁੰਦਰਤਾ ਉਹ ਬਿਲਕੁਲ ਬਾਅਦ ਵਿੱਚ ਫਿੱਕੀ ਦਿਖਾਈ ਦਿੰਦੀ ਹੈ ਕਿ ਉਹ ਹੁਸਨ ਹੈ ਜੋ ਕਿਸੇ ਦੀ ਦਰਦ ਨਾਲ ਬਣਾਇਆ ਗਿਆ ਹੋਵੇ, ਕਿਸੇ ਤੋਂ ਪੀੜਾ ਦੇ ਕੇ ਕਰਵਾਇਆ ਗਿਆ ਹੋਵੇ, ਕਿ ਧੋਖੇ ਨਾਲ ਕਰਵਾਇਆ ਗਿਆ ਹੋਵੇ। ਤਾਜ ਮਹਿਲ ਕਵਿਤਾ ਦਾ ਕੇਂਦਰੀ ਭਾਵ ਹੈ ਕਿ ਸਧਾਰਨ ਤੌਰ 'ਤੇ ਨਜ਼ਰ ਦੇਖਣ 'ਚ ਬਹੁਤ ਸੋਹਣਾ ਲੱਗਦਾ। ਇਸ ਦੀ ਲੱਖਾਂ ਦੇ ਰੋਂਦੇ ਕੁਰਲਾਉਂਦੇ ਮਜ਼ਦੂਰਾਂ ਅਤੇ ਮਜ਼ਦੂਰਨੀਆਂ ਦੀ ਜਬਰੀ ਵਗਾਰਾਂ ਕਰਵਾ ਕੇ ਕੀਤੀ ਗਈ ਸੀ। ਇਸ ਕਰਕੇ ਇਹ ਜਿਹੇ ਹੁਸਨ ਨੂੰ ਸੱਚਮੁੱਚ ਦਾ ਹੁਸਨ ਨਹੀਂ ਕਿਹਾ ਜਾ ਸਕਦਾ। ਕਵੀ ਤਾਜ ਮਹਿਲ ਦੀ ਖੂਬਸੂਰਤੀ ਨੂੰ ਕਿਸ ਦ੍ਰਿਸ਼ਟੀ ਨਾਲ ਦੇਖਦਾ ਹੈ? ਰੋਮਾਂਟਿਕ ਦ੍ਰਿਸ਼ਟੀ ਨਾਲ ਕਵੀ ਦੇਖਦਾ ਹੈ, ਪਰੰਤੂ ਅੰਤਰਭਾਗ ਨਾਲ ਜਦੋਂ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਨਾਲ ਦੇਖਦਾ ਹੈ ਤਾਂ ਮਜ਼ਦੂਰਨੀ ਦੀ ਚੀਖਾਂ ਉਸ ਵਿੱਚੋਂ ਦਿਖਾਈ ਦਿੰਦੀਆਂ ਹਨ। ਪ੍ਰਸ਼ਨ 12ਵਾਂ ਹੈ, ਖੂਬਸੂਰਤੀ ਦੇ ਸਿਰਜਣ ਨਾਲ ਸ਼ੋਸ਼ਣ ਖੂਬਸੂਰਤੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? ਮਜ਼ਦੂਰਨੀਆਂ ਦਾ ਜ਼ਬਰਦਸਤੀ ਸ਼ੋਸ਼ਣ ਕਰਕੇ ਸਿਰਜੀ ਹੋਈ ਤਾਜ ਮਹਿਲ ਵਰਗੀ ਖੂਬਸੂਰਤੀ ਨੂੰ ਅਸਲ ਵਿੱਚ ਖੂਬਸੂਰਤੀ ਨਹੀਂ ਕਿਹਾ ਜਾ ਸਕਦਾ, ਉਹ ਇੱਕ ਛਲਾਵਾ ਬਣ ਕੇ ਰਹਿ ਜਾਂਦਾ ਹੈ। ਅੰਤਮ ਪ੍ਰਸ਼ਨ ਹੈ, ਤਾਜ ਮਹਿਲ ਕਵਿਤਾ ਦੇ ਆਧਾਰ 'ਤੇ ਨਿਮਨ ਵਰਗ ਦੇ ਸ਼ੋਸ਼ਣ ਬਾਰੇ ਆਪਣੇ ਸਹਿਜ ਸੁਭਾਅ ਲਈ ਆਮ ਕਰਕੇ ਨਿਮਨ ਵਰਗ ਦੇ ਮਜ਼ਦੂਰਨੀਆਂ ਤੋਂ ਜ਼ਬਰਦਸਤੀ ਵਗਾਰਾਂ ਕਰਾ ਕੇ ਉਹਨਾਂ ਦਾ ਸ਼ੋਸ਼ਣ ਕਰਦੇ ਸਨ। ਉਹਨਾਂ ਦੁਆਰਾ ਉਸਾਰੀਆਂ ਗਈਆਂ ਤਾਜ ਮਹਿਲ ਵਰਗੀਆਂ ਖੂਬਸੂਰਤ ਇਮਾਰਤਾਂ ਪਿੱਛੇ ਲੱਖਾਂ ਗਰੀਬ ਬੇਬਸ ਮਜ਼ਦੂਰਨੀਆਂ ਦੀ ਦੁੱਖ ਅਤੇ ਭੁੱਖ ਵੀ ਦਿਖਾਈ ਦਿੰਦੀ ਹੈ। ਅੱਜ ਵੀ ਸਾਡੇ ਆਲੇ ਦੁਆਲੇ ਅਗਰ ਅਸੀਂ ਦੇਖਦੇ ਹਾਂ ਤਾਂ ਨਿਮਨ ਵਰਗ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਜਾਰੀ। ਅੱਜ ਵੀ ਜੋ ਸਰਮਾਏਦਾਰ ਹਨ, ਵੱਡੇ ਵੱਡੇ ਮਹਿਲਾਂ ਵਾਲੇ ਵਪਾਰਕ ਅਦਾਰੇ ਐਸ਼ੋ ਆਰਾਮ ਵਾਲੇ ਨੇ, ਉਹ ਆਪਣੇ ਐਸ਼ੋ ਆਰਾਮ ਲਈ, ਆਪਣੇ ਸਵਾਰਥ ਲਈ ਅੱਜ ਵੀ ਨਿਮਨ ਵਰਗ ਦੇ ਲੋਕਾਂ ਦਾ ਸ਼ੋਸ਼ਣ ਕਰਦੇ ਹਨ। ਧੰਨਵਾਦ।